ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ ਸੋਚ ਸੰਘਰਸ਼ ਤੇ ਸ਼ਹਾਦਤ। ਲੇਖਕ ਅਜਮੇਰ ਸਿੰਘ। ਭਾਗ ਦੂਜਾ। ਪਰਿਵਾਰਕ ਪਿਛੋਕੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਝਾਰੂ ਵਿਰਾਸਤ। 18ਵੀਂ ਸਦੀ ਦੇ ਸਿੱਖ ਇਤਿਹਾਸ ਵਿੱਚ ਭਾਈ ਤਾਰਾ ਸਿੰਘ ਵਾਂ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। 1947 ਦੇ ਬਟਵਾਰੇ ਤੋਂ ਪਹਿਲਾਂ ਪਿੰਡ ਵਾਂ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਦੇ ਖਾਲੜਾ ਥਾਣੇ ਵਿੱਚ ਪੈਂਦਾ ਸੀ। ਵੰਡ ਤੋਂ ਪਿੱਛੋਂ ਥਾਣਾ ਖਾਲੜਾ ਦੇ ਜਿਹੜੇ ਪਿੰਡ ਪੂਰਬੀ ਪੰਜਾਬ ਵਿੱਚ ਰਹਿ ਗਏ, ਉਹ ਨਵੀਂ ਬਣੀ ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸ਼ਾਮਲ ਕਰ ਲਏ ਗਏ। ਭਾਈ ਤਾਰਾ ਸਿੰਘ ਪਿੰਡ ਵਾਂ ਦਾ ਬੜਾ ਸਿਦਕੀ ਤੇ ਦਲੇਰ ਸਿੰਘ ਸੀ। ਉਸ ਨੇ ਆਪਣੇ ਖੇਤਾਂ ਵਿੱਚ ਜੁਝਾਰੂ ਸਿੰਘਾਂ ਦੇ ਛੁਪਣ ਲਈ ਇੱਕ ਵਾੜਾ ਬਣਾਇਆ ਹੋਇਆ ਸੀ, ਜਿੱਥੇ ਹਰ ਵੇਲੇ ਲੰਗਰ ਚੱਲਦਾ ਰਹਿੰਦਾ ਸੀ। ਉਸ ਕੋਲ ਹਰ ਵੇਲੇ ਜੁਝਾਰੂ ਸਿੰਘ ਅਟਕੇ ਰਹਿੰਦੇ ਸਨ। 1726 ਈਸਵੀ ਵਿੱਚ ਜਦੋਂ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ ਤਾਂ ਉਸ ਨੇ ਸਿੰਘਾਂ ਉੱਤੇ ਬੇਤਹਾਸ਼ਾ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ ਸਨ। ਇਸ ਤੋਂ ਉਤਸ਼ਾਹਤ ਹੋ ਕੇ ਨੌਸ਼ਹਿਰੇ ਜ਼ਿਲ੍ਹਾ ਲਾਹੌਰ ਦੇ ਚੌਧਰੀ ਸਾਹਿਬ ਰਾਏ ਨੇ ਇਲਾਕੇ ਦੇ ਸਿੱਖਾਂ ਨੂੰ ਆਨੀ ਬਹਾਨੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਸਿੱਖਾਂ ਦੇ ਖੇਤਾਂ ਵਿੱਚ ਆਪਣੀਆਂ ਘੋੜੀਆਂ ਖੁੱਲੀਆਂ ਛੱਡ ਦਿੰਦਾ ਸੀ। ਥੋੜੇ ਚਿਰ ਤਾਂ ਸਿੱਖ ਇਹ ਵਧੀਕੀ ਸਹਿਣ ਕਰਦੇ ਰਹੇ, ਪਰ ਅੰਤ ਨੂੰ ਅੱਕ ਕੇ ਉਹਨਾਂ ਇੱਕ ਦਿਨ ਚੌਧਰੀ ਦੀਆਂ ਘੋੜੀਆਂ ਫੜ ਲਈਆਂ ਅਤੇ ਰਾਤੋਂ ਰਾਤ ਦਰਿਆਓਂ ਪਾਰ ਲੰਘਾ ਕੇ ਮਾਲਵੇ ਵਿੱਚ ਪਹੁੰਚਾ ਦਿੱਤੀਆਂ। ਉਹ ਘੋੜੀਆਂ ਸਿੰਘਾਂ ਨੇ ਬਰਨਾਲਾ ਰਿਆਸਤ ਦੇ ਹਾਕਮ ਬਾਬਾ ਆਲਾ ਸਿੰਘ ਨੂੰ ਵੇਚ ਦਿੱਤੀਆਂ ਅਤੇ ਉਹਨਾਂ ਦੇ ਜਿਹੜੇ ਪੈਸੇ ਵਟੇ ਉਹ ਭਾਈ ਤਾਰਾ ਸਿੰਘ ਵਾਂ ਦੇ ਲੰਗਰ ਵਿੱਚ ਪਾ ਦਿੱਤੇ। ਚੌਧਰੀ ਸਾਹਿਬ ਰਾਏ ਨੂੰ ਜਦੋਂ ਘੋੜੀਆਂ ਚੁਰਾਈਆਂ ਜਾਣ ਦਾ ਪਤਾ ਚੱਲਿਆ ਤਾਂ ਉਸ ਨੂੰ ਕ੍ਰੋਧ ਚੜ੍ਹ ਗਿਆ। ਉਸ ਨੇ ਦੋਸ਼ੀਆਂ ਨੂੰ ਫੜਨ ਲਈ ਗਾਰਦ ਭੇਜ ਦਿੱਤੀ। ਸਿੰਘ ਫੜੇ ਜਾਣ ਤੋਂ ਬਚਣ ਲਈ ਨੱਸ ਕੇ ਭਾਈ ਤਾਰਾ ਸਿੰਘ ਦੇ ਡੇਰੇ ਜਾ ਪੁੱਜੇ। ਚੌਧਰੀ ਨੂੰ ਹੋਰ ਅੱਗ ਲੱਗ ਗਈ। ਉਸ ਨੇ ਪੱਟੀ ਦੇ ਫੌਜਦਾਰ ਜਾਫਰ ਬੇਗ ਕੋਲੋਂ ਮਦਦ ਮੰਗੀ। ਜਾਫਰ ਬੇਗ 200 ਪੈਦਲ ਤੇ 100 ਅਸਵਾਰ ਲੈ ਕੇ ਡੇਰੇ ਤੇ ਚੜ੍ਹ ਆਇਆ। ਡੇਰੇ ਵਿੱਚ ਉਸ ਵੇਲੇ 22 ਸਿੰਘ ਸਨ। ਉਹਨਾਂ ਨੇ ਬੇਗ ਦੀ ਫੌਜ ਦਾ ਦਲੇਰੀ ਨਾਲ ਟਾਕਰਾ ਕੀਤਾ। ਟੱਕਰ ਵਿੱਚ ਜਾਫਰ ਬੇਗ ਦੀ ਫੌਜ ਦਾ ਭਾਰੀ ਨੁਕਸਾਨ ਹੋਇਆ। ਉਸ ਦਾ ਇੱਕ ਭਰਾ ਤੇ ਭਤੀਜਾ ਮਾਰੇ ਗਏ। ਬੇਗ ਗੱਡਿਆਂ ਉੱਤੇ ਲੋਥਾਂ ਚੁੱਕ ਕੇ ਲਾਹੌਰ ਜ਼ਕਰੀਆ ਖਾਨ ਕੋਲ ਜਾ ਪਿਟਿਆ। ਜ਼ਕਰੀਆ ਖਾਨ ਨੇ ਮੋਮਨ ਖਾਨ ਦੀ ਅਗਵਾਈ ਹੇਠ 2200 ਸਵਾਰ, 5 ਹਾਥੀ, 40 ਜੰਬੂਰੇ ਤਾਰਾ ਸਿੰਘ ਨੂੰ ਫੜਨ ਲਈ ਭੇਜੇ। ਜਦੋਂ ਸਿੰਘਾਂ ਨੂੰ ਹਮਲਾ ਕਰਨ ਲਈ ਆ ਰਹੀ ਸ਼ਾਹੀ ਫੌਜ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਟਾਕਰੇ ਲਈ ਕਮਰ ਕੱਸਣੇ ਸ਼ੁਰੂ ਕਰ ਦਿੱਤੇ। ਚਾਰੇ ਪਾਸੇ ਖਬਰ ਫੈਲ ਗਈ ਅਤੇ ਨੇੜੇ ਤੇੜੇ ਦੇ 30 ਹੋਰ ਸਿੰਘ ਭਾਈ ਤਾਰਾ ਸਿੰਘ ਦੀ ਮਦਦ ਲਈ ਪਹੁੰਚ ਗਏ। ਦੋਵਾਂ ਧਿਰਾਂ ਵਿਚਕਾਰ ਗਹਿ ਗੱਚ ਲੜਾਈ ਹੋਈ, ਜਿਸ ਵਿੱਚ ਸ਼ਾਹੀ ਫੌਜ ਦੇ 300 ਤੋਂ ਵੱਧ ਬੰਦੇ ਮਾਰੇ ਗਏ। ਇਸ ਖੂਨੀ ਟੱਕਰ ਵਿੱਚ 22 ਸਿੰਘ ਸੂਰਮਗਤੀ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ। ਉਹਨਾਂ ਸ਼ਹੀਦ ਸੂਰਮਿਆਂ ਵਿੱਚੋਂ ਇੱਕ ਖਾਲੜਾ ਪਿੰਡ ਦਾ ਭਾਈ ਸੂਰਾ ਸਿੰਘ ਸੀ। ਖਾਲੜਾ ਪਿੰਡ ਵਿੱਚ ਭਾਈ ਸੂਰਾ ਸਿੰਘ ਦੀ ਅੰਸ਼ ਵੱਧਦੀ ਫੁੱਲਦੀ ਰਹੀ। ਸਮਾਂ ਪਾ ਕੇ ਪਿੰਡ ਵਿੱਚ ਸੂਰਾ ਪੱਤੀ ਹੋਂਦ ਵਿੱਚ ਆ ਗਈ। ਇਸੇ ਪੱਤੀ ਵਿੱਚ 2 ਨਵੰਬਰ 1952 ਨੂੰ ਸਰਦਾਰ ਕਰਤਾਰ ਸਿੰਘ ਦੇ ਘਰ ਮਾਤਾ ਮੁਖਤਿਆਰ ਕੌਰ ਦੀ ਕੁੱਖ ਤੋਂ ਇੱਕ ਬਾਲਕ ਨੇ ਜਨਮ ਲਿਆ। ਮਾਪਿਆਂ ਨੇ ਉਸ ਬਾਲਕ ਦਾ ਨਾਂ ਜਸਵੰਤ ਸਿੰਘ ਰੱਖਿਆ। 43 ਸਾਲਾਂ ਬਾਅਦ ਇਹੀ ਜਸਵੰਤ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਂ ਹੇਠ ਸਾਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ। ਦਾਦਾ ਹਰਨਾਮ ਸਿੰਘ ਸੂਰਬੀਰ ਘੁਲਾਟੀਆ। 20ਵੀਂ ਸਦੀ ਦੇ ਮੁੱਢਲੇ ਵਰ੍ਹਿਆਂ ਵਿੱਚ ਜਦੋਂ ਪੰਜਾਬ ਤੋਂ ਟਾਵੇਂ ਵਿਰਲੇ ਵਿਅਕਤੀ ਰੋਜ਼ੀ ਰੋਟੀ ਲਈ ਕੈਨੇਡਾ, ਅਮਰੀਕਾ, ਚੀਨ ਤੇ ਪੂਰਬੀ ਟਾਪੂਆਂ ਵੱਲ ਜਾਣ ਲੱਗੇ ਤਾਂ ਭਾਈ ਜਸਵੰਤ ਸਿੰਘ ਖਾਲੜਾ ਦੇ ਦਾਦਾ ਜੀ ਭਾਈ ਹਰਨਾਮ ਸਿੰਘ ਭਾਰਤੀ ਫੌਜ ਵਿੱਚੋਂ ਭਗੌੜੇ ਹੋ ਕੇ ਰੋਜ਼ੀ ਰੋਟੀ ਕਮਾਉਣ ਲਈ ਦੇਸ਼ ਤੋਂ ਬਾਹਰ ਚਲੇ ਗਏ ਸਨ। ਕਿਹਾ ਜਾਂਦਾ ਹੈ ਕਿ ਉਹਨਾਂ ਦਾ ਮਲੇਸ਼ੀਆ ਵਿੱਚ ਭਾਈ ਗੁਰਦਿੱਤ ਸਿੰਘ ਸਰਹਾਲੀ ਵਾਲਿਆਂ ਨਾਲ ਮੇਲ ਹੋ ਗਿਆ ਸੀ। ਜਦੋਂ 1914 ਈਸਵੀ ਵਿੱਚ ਭਾਈ ਗੁਰਦਿੱਤ ਸਿੰਘ ਨੇ ਕੈਨੇਡਾ ਦੀ ਨਕਸਲਵਾਦੀ ਹਕੂਮਤ ਵੱਲੋਂ ਭਾਰਤ ਵਾਸੀਆਂ ਦੇ ਕੈਨੇਡਾ ਵਿੱਚ ਦਾਖਲੇ ਦੇ ਰਾਹ ਵਿੱਚ
ਖੜੀ ਕੀਤੀ ਕਾਨੂੰਨੀ ਢੁੱਚਰ ਨੂੰ ਦੂਰ ਕਰਨ ਲਈ ਜਾਪਾਨ ਦਾ ਕਾਮਾਗਾਟਾ ਮਾਰੂ ਨਾਮ ਦਾ ਜਹਾਜ਼ ਕਿਰਾਏ ਤੇ ਲੈ ਕੇ ਅਤੇ ਉਸ ਜਹਾਜ਼ ਨੂੰ ਗੁਰੂ ਨਾਨਕ ਜਹਾਜ਼ ਦਾ ਸਤਿਕਾਰਤ ਨਾਂ ਦੇ ਕੇ ਕਲਕੱਤੇ ਦੀ ਬੰਦਰਗਾਹ ਤੋਂ ਪੰਜਾਬੀ ਮੁਸਾਫਰਾਂ ਨੂੰ ਕੈਨੇਡਾ ਪਹੁੰਚਾਉਣ ਦਾ ਪਰਉਪਕਾਰੀ ਪ੍ਰੋਜੈਕਟ ਆਰੰਭਿਆ ਸੀ ਤਾਂ ਉਸ ਵੇਲੇ ਭਾਈ ਹਰਨਾਮ ਸਿੰਘ ਖਾਲੜਾ ਨੇ ਭਾਈ ਗੁਰਦਿੱਤ ਸਿੰਘ ਦੀ ਨਾ ਕੇਵਲ ਹੌਸਲਾ ਅਫਜ਼ਾਈ ਕੀਤੀ ਸੀ, ਸਗੋਂ ਉਹ ਭਾਈ ਸਭ ਹੋਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਗਏ ਸਨ। ਜਹਾਜ਼ ਲਈ ਲੋੜੀਂਦੇ ਮੁਸਾਫਰ ਜੁਟਾਉਣ ਲਈ ਭਾਈ ਹਰਨਾਮ ਸਿੰਘ ਨੇ ਮਨੀਲਾ ਤੋਂ ਇੱਕ ਸਟੀਮਰ ਲੈ ਕੇ ਅੱਡ-ਅੱਡ ਟਾਪੂਆਂ ਤੋਂ ਮੁਸਾਫਰ ਇਕੱਠੇ ਕੀਤੇ ਅਤੇ ਜਾਪਾਨ ਪਹੁੰਚ ਕੇ ਇਹਨਾਂ ਮੁਸਾਫਰਾਂ ਨੂੰ ਗੁਰੂ ਨਾਨਕ ਜਹਾਜ਼ ਵਿੱਚ ਚੜ੍ਹਾਇਆ ਸੀ। ਜਹਾਜ਼ ਦੇ ਮੁਸਾਫਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸਿੱਖ ਰਵਾਇਤ ਅਨੁਸਾਰ 5 ਮੈਂਬਰੀ ਕਮੇਟੀ ਬਣਾਈ ਗਈ ਸੀ। ਭਾਈ ਹਰਨਾਮ ਸਿੰਘ ਇਸ ਕਮੇਟੀ ਦੇ ਸਰਕਰਦਾ ਮੈਂਬਰ ਸਨ। ਜਦੋਂ ਕੈਨੇਡਾ ਦੀ ਨਸਲ ਪ੍ਰਸਤ ਸਰਕਾਰ ਨੇ ਗੁਰੂ ਨਾਨਕ ਜਹਾਜ਼ ਨੂੰ ਵੈਨਕੂਵਰ ਦੀ ਬੰਦਰਗਾਹ ਉੱਤੇ ਡੱਕ ਲਿਆ ਸੀ ਅਤੇ ਇਸ ਨੂੰ ਜ਼ੋਰੋ ਜ਼ਬਰੀ ਵਾਪਸ ਮੋੜ ਦੇ ਯਤਨ ਆਰੰਭ ਦਿੱਤੇ ਸਨ, ਤਾਂ ਭਾਈ ਹਰਨਾਮ ਸਿੰਘ ਵਰਗੇ ਸ਼ੇਰਦਿਲ ਆਗੂਆਂ ਨੇ ਮੁਸਾਫਰਾਂ ਨੂੰ ਲਗਾਤਾਰ ਚੜ੍ਹਦੀ ਕਲਾ ਵਿੱਚ ਰੱਖਿਆ ਸੀ। ਇੱਕ ਰਿਪੋਰਟ ਅਨੁਸਾਰ ਜਦੋਂ ਕੈਨੇਡਾ ਦੀ ਸਮੁੰਦਰੀ ਫੌਜ ਨੇ ਗੁਰੂ ਨਾਨਕ ਜਹਾਜ਼ ਨੂੰ ਘੇਰੇ ਵਿੱਚ ਲੈ ਕੇ ਇਸ ਉੱਤੇ ਹਮਲਾ ਕਰਨ ਦੀ ਵਿਉਂਤ ਬਣਾਈ ਸੀ ਤਾਂ ਭਾਈ ਹਰਨਾਮ ਸਿੰਘ ਨੇ ਆਪਣੇ ਰਿਵਾਲਵਰ ਨਾਲ 3-4 ਗੋਲੀਆਂ ਹਵਾ ਵਿੱਚ ਦਾਗ ਕੇ ਨਸਲ ਪ੍ਰਸਤ ਹਾਕਮਾਂ ਨੂੰ ਅਜਿਹੀ ਵਹਿਸ਼ੀ ਹਿਮਾਕਤ ਕਰਨ ਤੋਂ ਬਾਜ਼ ਆਉਣ ਦੀ ਚੇਤਾਵਨੀ ਦਿੱਤੀ ਸੀ। ਲੰਮੀ ਕਸ਼ਮਕਸ਼ ਤੋਂ ਬਾਅਦ ਨਸਲ ਪ੍ਰਸਤ ਹਾਕਮਾਂ ਨੇ ਗੁਰੂ ਨਾਨਕ ਜਹਾਜ਼ ਨੂੰ ਵੈਨਕੂਵਰ ਦੀ ਬੰਦਰਗਾਹ ਤੋਂ ਵਾਪਸ ਮੁੜ ਜਾਣ ਲਈ ਮਜਬੂਰ ਕਰ ਦਿੱਤਾ ਸੀ। ਜਦੋਂ ਉਹ ਜਹਾਜ਼ ਕਲਕੱਤੇ ਬਜ-ਬਜ ਘਾਟ ਤੇ ਅਪੜਿਆ ਤਾਂ ਵੈਨਕੂਵਰ ਤੋਂ ਖੱਜਲ ਖੁਆਰ ਹੋ ਕੇ ਮੁੜੇ ਮੁਸਾਫਰਾਂ ਨੂੰ ਭਾਰਤ ਦੇ ਗੋਰੇ ਹਾਕਮਾਂ ਦੀ ਕਰੋਪੀ ਦਾ ਸ਼ਿਕਾਰ ਹੋਣਾ ਪੈ ਗਿਆ ਸੀ। ਪੁਲਿਸ ਦੀ ਗੋਲੀਬਾਰੀ ਦੌਰਾਨ ਭਾਈ ਗੁਰਦਿੱਤ ਸਿੰਘ ਤੇ ਭਾਈ ਹਰਨਾਮ ਸਿੰਘ ਕੁਝ ਹੋਰਨਾਂ ਸਾਥੀਆਂ ਸਮੇਤ ਇੱਕ ਵਾਰ ਤਾਂ ਪੁਲਿਸ ਦੇ ਘੇਰੇ ਵਿੱਚੋਂ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ ਸਨ, ਪਰ ਥੋੜੀ ਦੂਰ ਜਾ ਕੇ ਉਹ ਮੁੜ ਪੁਲਿਸ ਦੀ ਗ੍ਰਿਫਤ ਵਿੱਚ ਆ ਗਏ ਸਨ। ਉਹਨਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਲਿਆਂਦਾ ਗਿਆ ਤੇ ਮੁਕੱਦਮੇ ਚਲਾ ਕੇ ਸਜ਼ਾਵਾਂ ਸੁਣਾਈਆਂ ਗਈਆਂ। ਭਾਈ ਹਰਨਾਮ ਸਿੰਘ ਥੋੜਾ ਸਮਾਂ ਜੇਲ੍ਹ ਵਿੱਚ ਬੰਦ ਰਹੇ ਅਤੇ ਅਖੀਰ ਉਹਨਾਂ ਦੀ ਸਜ਼ਾ ਘਟਾ ਕੇ ਉਹਨਾਂ ਨੂੰ ਘਰ ਵਿੱਚ ਖਾਲੜੇ ਨਜ਼ਰਬੰਦ ਕਰ ਦਿੱਤਾ ਗਿਆ ਸੀ। ਉਹ ਕਈ ਸਾਲ ਘਰ ਵਿੱਚ ਨਜ਼ਰਬੰਦ ਰਹੇ। ਉਹਨਾਂ ਦੀ ਗੈਰਤ ਨੇ ਗੋਰੇ ਹਾਕਮਾਂ ਦੀ ਗੁਲਾਮੀ ਦੀ ਜਲਾਲਤ ਸਹਿਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਰਕੇ ਉਹ 1923 ਈਸਵੀ ਵਿੱਚ ਪੁਲਿਸ ਨੂੰ ਝਕਾਨੀ ਦੇ ਕੇ ਘਰੋਂ ਫਰਾਰ ਹੋ ਗਏ ਸਨ ਅਤੇ ਜਾਣ ਵੇਲੇ ਆਪਣੇ ਵੱਡੇ ਲੜਕੇ ਪ੍ਰੀਤਮ ਸਿੰਘ, ਜਿਹੜਾ ਉਦੋਂ ਤੱਕ ਜਵਾਨ ਹੋ ਚੁੱਕਾ ਸੀ, ਨੂੰ ਵੀ ਆਪਣੇ ਨਾਲ ਲੈ ਗਿਆ ਸੀ। ਉਹ ਦੋਨੋਂ ਪਿਓ ਪੁੱਤਰ ਲੁਕਦੇ ਲੁਕਾਉਂਦੇ ਇੱਕ ਵਾਰ ਫਿਰ ਦੇਸ਼ ਤੋਂ ਬਾਹਰ ਚਲੇ ਗਏ ਸਨ। ਵੱਖ-ਵੱਖ ਟਾਪੂਆਂ ਉੱਤੇ ਘੁੰਮਦੇ ਘਮਾਉਂਦੇ ਉਹ ਅੰਤ ਵਿੱਚ ਸ਼ੰਘਾਈ ਜਾ ਪਹੁੰਚੇ। ਉੱਥੋਂ ਉਹਨਾਂ ਨੇ ਪਿੱਛੇ ਖਾਲੜੇ ਰਹਿੰਦੇ ਆਪਣੇ ਭਰਾਵਾਂ, ਆਪਣੀ ਧਰਮ ਪਤਨੀ ਗੁਲਾਬ ਕੌਰ ਤੇ ਛੋਟੇ ਪੁੱਤਰ ਕਰਤਾਰ ਸਿੰਘ ਨਾਲ ਚਿੱਠੀ ਪੱਤਰ ਦੇ ਜ਼ਰੀਏ ਸੰਪਰਕ ਬਣਾਈ ਰੱਖਿਆ ਸੀ। 1923 ਈਸਵੀ ਵਿੱਚ ਜਦੋਂ ਸਰਦਾਰ ਹਰਨਾਮ ਸਿੰਘ ਘਰੋਂ ਫਰਾਰ ਹੋ ਕੇ ਦੇਸ਼ ਤੋਂ ਬਾਹਰ ਚਲੇ ਗਏ ਸਨ, ਉਸ ਵੇਲੇ ਸਰਦਾਰ ਕਰਤਾਰ ਸਿੰਘ ਅਜੇ ਮਸੀਂ 7 ਕੁ ਸਾਲਾਂ ਦੇ ਸਨ। ਉਹਨਾਂ ਨੂੰ ਉਸ ਤੋਂ ਬਾਅਦ ਪਿਤਾ ਦਾ ਮੂੰਹ ਵੇਖਣਾ ਨਸੀਬ ਨਹੀਂ ਸੀ ਹੋਇਆ। ਉਹਨਾਂ ਵਿਚਕਾਰ ਚਿੱਠੀ ਪੱਤਰ ਤੋਂ ਬਿਨਾਂ ਆਪਸੀ ਸੰਪਰਕ ਦਾ ਹੋਰ ਕੋਈ ਸਾਧਨ ਨਹੀਂ ਸੀ, ਜਿਸ ਕਰਕੇ ਸਰਦਾਰ ਕਰਤਾਰ ਸਿੰਘ ਦੀ ਪਰਵਰਿਸ਼ ਮਾਤਾ ਗੁਲਾਬ ਕੌਰ ਨੇ ਹੀ ਕੀਤੀ ਸੀ। ਉਹਨਾਂ ਨੂੰ ਪੜ੍ਹਾਉਣ ਤੇ ਵਿਆਹੁਣ ਦੀ ਸਾਰੀ ਜ਼ਿੰਮੇਵਾਰੀ ਮਾਤਾ ਨੇ ਹੀ ਨਿਭਾਈ ਸੀ। ਸਰਦਾਰ ਕਰਤਾਰ ਸਿੰਘ ਨੇ 5 ਜਮਾਤਾਂ ਤੱਕ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ ਅਤੇ ਫਿਰ 10ਵੀਂ ਤੱਕ ਸਰਹਾਲੀ ਦੇ ਸਕੂਲ ਵਿੱਚ ਪੜ੍ਹੇ। ਉਹਨਾਂ ਸਮਿਆਂ ਵਿੱਚ ਪਿੰਡਾਂ ਵਿੱਚ 10ਵੀਂ ਜਮਾਤ ਪਾਸ ਕਰਨ ਵਾਲੇ ਨੂੰ ਚੰਗਾ ਪੜ੍ਹਿਆ ਲਿਖਿਆ ਸਮਝਿਆ ਜਾਂਦਾ ਸੀ ਅਤੇ ਇਲਾਕੇ ਵਿੱਚ ਉਸ ਦਾ ਚੰਗਾ ਨਾਂ ਹੁੰਦਾ ਸੀ। ਉਸ ਸਮੇਂ ਚੀਨ ਵਿੱਚ ਸਰਦਾਰ ਹਰਨਾਮ ਸਿੰਘ ਦੇ ਨਾਲ ਸੁਰ ਸਿੰਘ ਪਿੰਡ ਪੱਤੀ ਮਹਿਮਾਵਾਲੀ ਦੇ ਇੱਕ ਗੁਰਸਿੱਖ ਸਰਦਾਰ ਬੇਅੰਤ ਸਿੰਘ ਸਨ। ਗੁਆਂਢੀ ਪਿੰਡਾਂ ਦੇ ਹੋਣ ਕਾਰਨ ਉਹ ਦੋਵੇਂ ਇੱਕ ਦੂਜੇ ਦੇ ਗੂੜ੍ਹੇ ਦੋਸਤ ਬਣ ਗਏ ਸਨ। ਦੋਵਾਂ ਨੇ ਉੱਥੇ ਰਹਿੰਦਿਆਂ ਹੀ ਆਪਸ ਵਿੱਚ ਕੁੜਮ ਬਣਨ ਦਾ ਫੈਸਲਾ ਕਰ ਲਿਆ ਸੀ।
ਸਰਦਾਰ ਹਰਨਾਮ ਸਿੰਘ ਦਾ ਛੋਟਾ ਪੁੱਤਰ ਕਰਤਾਰ ਸਿੰਘ ਉਸ ਵੇਲੇ ਤੱਕ ਜਵਾਨ ਹੋ ਚੁੱਕਾ ਸੀ ਅਤੇ 10ਵੀਂ ਪਾਸ ਕਰਨ ਤੋਂ ਬਾਅਦ ਘਰ ਦੀ ਖੇਤੀਬਾੜੀ ਕਰਨ ਲੱਗ ਪਿਆ ਸੀ। ਉਧਰ ਸਰਦਾਰ ਬਸੰਤ ਸਿੰਘ ਦੀ ਇੱਕ ਲੜਕੀ ਬੀਬੀ ਮੁਖਤਿਆਰ ਕੌਰ ਵੀ ਮੁਟਿਆਰ ਹੋ ਗਈ ਸੀ ਅਤੇ 5 ਜਮਾਤਾਂ ਪਾਸ ਕਰਕੇ ਘਰ ਦੇ ਕੰਮਕਾਰ ਕਰਨ ਲੱਗ ਗਈ ਸੀ। ਸਰਦਾਰ ਬਸੰਤ ਸਿੰਘ ਨੇ ਚੀਨ ਤੋਂ ਆ ਕੇ ਆਪਣੀ ਲੜਕੀ ਮੁਖਤਿਆਰ ਕੌਰ ਦੀ ਸ਼ਾਦੀ ਸਰਦਾਰ ਕਰਤਾਰ ਸਿੰਘ ਨਾਲ ਕਰ ਦਿੱਤੀ ਸੀ। ਉਸ ਵੇਲੇ ਭਾਰਤ ਦੀ ਆਜ਼ਾਦੀ ਦੀ ਲੜਾਈ ਨਿਰਣਾਇਕ ਦੌਰ ਵਿੱਚ ਪਹੁੰਚ ਚੁੱਕੀ ਸੀ ਅਤੇ ਸਿੱਖ ਕੌਮ ਵੀ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਪੂਰੇ ਜ਼ੋਰ ਨਾਲ ਜੱਦੋ-ਜਹਿਦ ਕਰ ਰਹੀ ਸੀ। ਇਸ ਰਾਜਸੀ ਮਾਹੌਲ ਵਿੱਚ ਸਰਦਾਰ ਬਸੰਤ ਸਿੰਘ ਨੇ ਚੀਨ ਨੂੰ ਮੁੜਨ ਦਾ ਵਿਚਾਰ ਛੱਡ ਦਿੱਤਾ ਸੀ ਅਤੇ ਪੂਰੇ ਜੀ ਜਾਨ ਨਾਲ ਸਿੱਖ ਸੰਘਰਸ਼ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਸਮਿਆਂ ਵਿੱਚ ਚੰਗੀ ਸੋਚ ਵਾਲੇ ਜਿਨ੍ਹਾਂ ਲੋਕਾਂ ਨੂੰ ਦੇਸ਼ ਤੋਂ ਬਾਹਰ ਜਾ ਕੇ ਜਦੋਂ ਸੰਸਾਰ ਨੂੰ ਦੇਖਣ ਦਾ ਮੌਕਾ ਮਿਲਿਆ ਤਾਂ ਉਹਨਾਂ ਅੰਦਰ ਨਵੀਂ ਜਾਗਰਤੀ ਆ ਗਈ ਸੀ। ਉਹ ਵਿਦਿਆ ਦੀ ਅਹਿਮੀਅਤ ਬਾਰੇ ਜਾਗਰੂਕ ਹੋ ਗਏ ਸਨ ਅਤੇ ਅਨਪੜ੍ਹਤਾ ਨੂੰ ਸਰਾਪ ਸਮਝਣ ਲੱਗ ਪਏ ਸਨ। ਉਹ ਇਸ ਨੂੰ ਆਪਣੇ ਲੋਕਾਂ ਦੀ ਦੁਰਦਸ਼ਾ ਦਾ ਵੱਡਾ ਕਾਰਨ ਸਮਝਦੇ ਸਨ, ਜਿਸ ਕਰਕੇ ਉਹ ਆਪੋ ਆਪਣੇ ਪਿੰਡਾਂ ਤੇ ਇਲਾਕਿਆਂ ਵਿੱਚ ਵਿਦਿਆ ਦਾ ਚਾਨਣ ਫੈਲਾਉਣ ਲਈ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੁੰਦੇ ਸਨ। ਸਰਦਾਰ ਹਰਨਾਮ ਸਿੰਘ ਖਾਲੜਾ ਨੇ ਇਸੇ ਸੋਚ ਵਿੱਚੋਂ ਆਪਣੇ ਸੁਪੁੱਤਰ ਸਰਦਾਰ ਕਰਤਾਰ ਸਿੰਘ ਨੂੰ ਚੀਨ ਤੋਂ ਕੁਝ ਮਾਇਆ ਭੇਜੀ ਸੀ, ਜਿਸ ਨੂੰ ਪਿੰਡ ਵਿੱਚ ਸਕੂਲ ਖੋਲ੍ਹਣ ਲਈ ਵਰਤਣ ਦੀ ਹਦਾਇਤ ਕੀਤੀ ਗਈ ਸੀ ਅਤੇ ਇਸ ਤੋਂ ਇਲਾਵਾ ਆਪਣੇ ਖਾਨਦਾਨ ਦੀ ਜੱਦੀ ਪੁਸ਼ਤੀ ਜ਼ਮੀਨ ਦਾ ਕੁਝ ਹਿੱਸਾ ਸਕੂਲ ਲਈ ਦਾਨ ਕਰਨ ਦਾ ਮਸ਼ਵਰਾ ਦਿੱਤਾ ਸੀ। ਸਰਦਾਰ ਕਰਤਾਰ ਸਿੰਘ ਨੇ ਪਿਤਾ ਜੀ ਦੀ ਇੱਛਾ ਤੇ ਆਦੇਸ਼ਾਂ ਅਨੁਸਾਰ ਆਪਣੇ ਚਾਚਿਆਂ ਤਾਇਆਂ ਦੀ ਸਹਿਮਤੀ ਤੇ ਸਹਿਯੋਗ ਨਾਲ ਲਗਭਗ 10-12 ਕਿੱਲੇ ਜੱਦੀ ਜ਼ਮੀਨ ਸਕੂਲ ਲਈ ਦਾਨ ਕਰ ਦਿੱਤੀ ਸੀ। ਸਰਦਾਰ ਕਰਤਾਰ ਸਿੰਘ ਦੀ ਪਹਿਲ ਕਦਮੀ ਤੇ ਹਿੰਮਤ ਨਾਲ ਸਕੂਲ ਦੀ ਉਸਾਰੀ ਕਰਨ ਤੇ ਫਿਰ ਉਸ ਦਾ ਪ੍ਰਬੰਧ ਚਲਾਉਣ ਲਈ ਇਲਾਕੇ ਦੇ ਪਤਵੰਤੇ ਵਿਅਕਤੀਆਂ ਦੀ ਇੱਕ ਕਮੇਟੀ ਬਣਾਈ ਗਈ। ਇਸ ਤਰ੍ਹਾਂ 1937-38 ਵਿੱਚ ਖਾਲੜੇ ਵਿਖੇ ਮਾਝਾ ਖਾਲਸਾ ਹਾਈ ਸਕੂਲ ਦੀ ਨੀਂਹ ਰੱਖੀ ਗਈ। ਉਸ ਵੇਲੇ ਇਹ ਸਾਰੇ ਇਲਾਕੇ ਵਿੱਚ ਪਹਿਲਾ ਹਾਈ ਸਕੂਲ ਸੀ। ਸਰਦਾਰ ਕਰਤਾਰ ਸਿੰਘ ਇਸ ਸਕੂਲ ਦੇ ਸੰਸਥਾਪਕ ਤਾਂ ਸਨ ਹੀ, ਉਹ ਇਸ ਦੀਆਂ ਪ੍ਰਬੰਧਕ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਸਨ ਅਤੇ ਨਾਲ ਹੀ ਡਿਵਿਨਿਟੀ ਭਾਵ ਧਰਮ ਵਿਦਿਆ ਦੇ ਵਿਸ਼ੇ ਦੇ ਟੀਚਰ ਵੀ ਸਨ। ਅੰਗਰੇਜ਼ੀ ਰਾਜ ਦੌਰਾਨ ਸਕੂਲਾਂ ਵਿੱਚ ਡਿਵਿਨਿਟੀ ਦਾ ਵਿਸ਼ਾ ਲਾਜ਼ਮੀ ਸੀ। ਆਜ਼ਾਦੀ ਤੋਂ ਬਾਅਦ ਸੈਕੂਲਰਿਜ਼ਮ ਦੇ ਜੋਸ਼ੋ ਖਰੋਸ਼ ਵਿੱਚ ਇਹ ਵਿਸ਼ਾ ਖਤਮ ਕਰ ਦਿੱਤਾ ਗਿਆ ਸੀ। ਗੱਲ ਕੀ ਉਹ ਸਕੂਲ ਨਾਲ ਸੰਬੰਧਿਤ ਸਾਰੀਆਂ ਸਰਗਰਮੀਆਂ ਦਾ ਧੁਰਾ ਸਨ। ਉਹਨਾਂ ਕੋਲੋਂ ਪੜ੍ਹੇ ਵਿਦਿਆਰਥੀਆਂ ਚੋਂ ਇਸ ਵੇਲੇ ਉਂਗਲਾਂ ਤੇ ਗਿਣਨ ਜੋਗੇ ਵਿਅਕਤੀ ਹੀ ਜ਼ਿੰਦਾ ਹਨ ਅਤੇ ਉਹ ਵੀ ਸਾਰੇ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਹਨ। ਪਰ ਜੇਕਰ ਉਹਨਾਂ ਚੋਂ ਕਿਸੇ ਨਾਲ ਅੱਜ ਵੀ ਸਰਦਾਰ ਕਰਤਾਰ ਸਿੰਘ ਦੀ ਗੱਲ ਛੇੜੀ ਜਾਵੇ ਤਾਂ ਉਹ ਆਪਣੇ ਅਜ਼ੀਜ਼ ਉਸਤਾਦ ਗਿਆਨੀ ਕਰਤਾਰ ਸਿੰਘ ਦਾ ਜ਼ਿਕਰ ਬਹੁਤ ਸਤਿਕਾਰ ਤੇ ਜਜ਼ਬਾਤ ਭਿੱਜੇ ਲਫ਼ਜ਼ਾਂ ਵਿੱਚ ਕਰਦੇ ਹਨ। 1960 ਵਿੱਚ ਮਾਝਾ ਖਾਲਸਾ ਹਾਈ ਸਕੂਲ ਸਰਕਾਰੀ ਕੰਟਰੋਲ ਹੇਠ ਆ ਜਾਣ ਕਰਕੇ ਸਰਕਾਰੀ ਹਾਈ ਸਕੂਲ ਬਣ ਗਿਆ ਸੀ। ਇਸੇ ਦੌਰਾਨ ਸਰਦਾਰ ਕਰਤਾਰ ਸਿੰਘ ਦੇ ਯਤਨਾਂ ਨਾਲ 50ਵਿਆਂ ਦੇ ਮੁੱਢਲੇ ਸਾਲਾਂ ਵਿੱਚ ਖਾਲੜਾ ਪਿੰਡ ਵਿੱਚ ਕੋਆਪਰੇਟਿਵ ਸੁਸਾਇਟੀ ਚਾਲੂ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ਇਹ ਸੁਸਾਇਟੀ ਉਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਪਹਿਲੀ ਤੇ ਸਭ ਤੋਂ ਵੱਡੀ ਸੀ। ਬਾਅਦ ਵਿੱਚ ਸਰਦਾਰ ਕਰਤਾਰ ਸਿੰਘ ਹੀ ਉਸ ਦੇ ਪ੍ਰਧਾਨ ਬਣੇ ਸਨ। ਇਸ ਦੇ ਨਾਲ ਹੀ ਉਹ ਪਿੰਡ ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਯਾਦ ਵਿੱਚ ਉਸਾਰੇ ਗਏ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਕਰਨ ਵਾਲੀ ਪ੍ਰਬੰਧਕੀ ਕਮੇਟੀ ਦੇ ਵੀ ਸਰਕਰਦਾ ਮੈਂਬਰ ਸਨ। ਇੰਨਾ ਕੁਝ ਕਰਨ ਦੇ ਨਾਲੋਂ ਨਾਲ ਸਰਦਾਰ ਕਰਤਾਰ ਸਿੰਘ ਨੇ ਆਪਣੇ 9 ਬੱਚਿਆਂ ਨੂੰ ਪੜ੍ਹਾ ਲਿਖਾ ਕੇ ਚੰਗਾ ਜੀਵਨ ਜਿਉਣ ਦੇ ਯੋਗ ਬਣਾਇਆ। ਜਸਵੰਤ ਸਿੰਘ 4 ਭੈਣਾਂ ਤੇ 1 ਭਰਾ ਤੋਂ ਬਾਅਦ 6ਵੇਂ ਨੰਬਰ ਤੇ ਪੈਦਾ ਹੋਇਆ ਸੀ। ਉਸ ਤੋਂ ਬਾਅਦ 1 ਭੈਣ ਤੇ 2 ਭਰਾ ਹੋਰ ਪੈਦਾ ਹੋਏ। 1972 ਵਿੱਚ ਜਦੋਂ ਗਿਆਨੀ ਜੈਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਿਆ ਤਾਂ ਉਸ ਨੇ ਲੋਕਾਂ ਵਿੱਚ ਆਪਣੀ ਸਿਆਸੀ ਭੱਲ ਬਣਾਉਣ ਦੀ ਮਨਸ਼ਾ ਨਾਲ ਭਾਰਤ ਦੀ ਆਜ਼ਾਦੀ ਦੇ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਮਹੀਨੇਵਾਰ ਪੈਨਸ਼ਨਾਂ ਦੇਣ ਦਾ ਐਲਾਨ ਕੀਤਾ ਸੀ।
ਇਸੇ ਹੀ ਪ੍ਰੋਗਰਾਮ ਤਹਿਤ ਉਸਨੇ ਸ਼ਹੀਦ ਭਗਤ ਸਿੰਘ ਦੀ ਜਨਨੀ ਮਾਤਾ ਮਾਇਆਵਤੀ ਨੂੰ ਪੰਜਾਬ ਮਾਤਾ ਦੇ ਖਿਤਾਬ ਨਾਲ ਨਿਵਾਜ਼ਿਆ ਸੀ। ਗਿਆਨੀ ਜੈਲ ਸਿੰਘ ਨੇ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਆਜ਼ਾਦੀ ਸੰਗਰਾਮੀਆਂ ਵਜੋਂ ਮਾਨਤਾ ਦਿੰਦਿਆਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਪੈਨਸ਼ਨਾਂ ਦੇਣ ਦਾ ਐਲਾਨ ਕੀਤਾ ਸੀ। ਇਸ ਸਿਲਸਿਲੇ ਵਿੱਚ ਜਦੋਂ ਸਰਕਾਰੀ ਕਰਮਚਾਰੀ ਫਾਰਮ ਭਰਨ ਲਈ ਸਰਦਾਰ ਕਰਤਾਰ ਸਿੰਘ ਦੇ ਘਰ ਪਹੁੰਚੇ ਤਾਂ ਭਾਈ ਜਸਵੰਤ ਸਿੰਘ ਨੇ ਆਪਣੇ ਪਿਤਾ ਜੀ ਨੂੰ ਇਹ ਕਹਿ ਕੇ ਨਾ ਕਰਵਾ ਦਿੱਤੀ ਸੀ ਕਿ ਅਸੀਂ ਆਪਣੇ ਦਾਦੇ ਦੀ ਕੁਰਬਾਨੀ ਦਾ ਮੁੱਲ ਨਹੀਂ ਵੱਟਣਾ। ਜਦੋਂ 6 ਸਤੰਬਰ 1995 ਨੂੰ ਪੁਲਿਸ ਨੇ ਜਸਵੰਤ ਸਿੰਘ ਨੂੰ ਘਰੋਂ ਚੁੱਕ ਲਿਆ ਸੀ ਤਾਂ ਸਭ ਤੋਂ ਪਹਿਲਾਂ ਤਾਂ ਉਸ ਦਾ ਥਹੁ ਟਿਕਾਣਾ ਜਾਣਨ ਲਈ ਕਾਨੂੰਨੀ ਜੱਦੋ-ਜਹਿਦ ਤੇ ਰਾਜਸੀ ਭੱਜ ਨੱਠ ਸ਼ੁਰੂ ਹੋ ਗਈ ਸੀ ਅਤੇ ਬਾਅਦ ਵਿੱਚ ਉਸ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਲੰਮੀ ਤੇ ਜੋਖਮ ਭਰੀ ਅਦਾਲਤੀ ਜੰਗ ਲੜਨੀ ਪਈ ਸੀ। ਇਸ ਵਾਸਤੇ ਜੋ ਵੀ ਖਰਚਾ ਕਰਨਾ ਪਿਆ ਉਹ ਸਰਦਾਰ ਕਰਤਾਰ ਸਿੰਘ ਨੇ ਆਪਣੇ ਪੱਲਿਓਂ ਕੀਤਾ। ਉਸ ਨੇ ਆਪਣੀ ਸਾਰੇ ਜੀਵਨ ਦੀ ਪੂੰਜੀ ਇਸ ਕਾਰਜ ਦੇ ਲੇਖੇ ਲਾ ਦਿੱਤੀ ਸੀ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਲੈ ਕੇ ਜਸਵੰਤ ਸਿੰਘ ਦੇ ਸਾਰੇ ਸਾਥੀਆਂ ਨੂੰ ਇਹ ਸਖਤ ਤਾੜਨਾ ਕਰ ਦਿੱਤੀ ਸੀ ਕਿ ਕੁਝ ਵੀ ਹੋ ਜਾਵੇ, ਜਸਵੰਤ ਸਿੰਘ ਲਈ ਇਨਸਾਫ ਲੈਣ ਵਾਸਤੇ ਕਿਸੇ ਅੱਗੇ ਵੀ ਉਗਰਾਈ ਲਈ ਝੋਲੀ ਨਹੀਂ ਅੱਡਣੀ। ਸਰਦਾਰ ਜਸਵੰਤ ਸਿੰਘ ਦੀ ਸ਼ਖਸੀਅਤ ਉੱਤੇ ਇਹ ਗੌਰਵਮਈ ਖਾਨਦਾਨੀ ਵਿਰਾਸਤ ਦਾ ਗੂੜਾ ਰੰਗ ਚੜਿਆ ਹੋਇਆ ਸੀ। ਸਰਦਾਰ ਕਰਤਾਰ ਸਿੰਘ ਲਗਭਗ 94 ਸਾਲ ਲੰਬੀ ਤੇ ਗੈਰਤ ਭਰਪੂਰ ਜ਼ਿੰਦਗੀ ਬਿਤਾਉਣ ਉਪਰੰਤ 13 ਦਸੰਬਰ 2010 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਮਾਤਾ ਮੁਖਤਿਆਰ ਕੌਰ ਜੀ ਉਸ ਤੋਂ 13 ਕੁ ਮਹੀਨੇ ਪਹਿਲਾਂ ਹੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ 25 ਨਵੰਬਰ 2009 ਨੂੰ ਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਨੋਟ: ਭਾਰਤ ਵਿੱਚੋਂ ਬਰਤਾਨਵੀ ਰਾਜ ਖਤਮ ਹੋਣ ਤੋਂ ਪਹਿਲਾਂ ਹੀ ਸਰਦਾਰ ਹਰਨਾਮ ਸਿੰਘ ਨੇ ਚੀਨ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ ਸਨ ਅਤੇ ਉਹਨਾਂ ਦੇ ਵੱਡੇ ਸੁਪੁੱਤਰ ਪ੍ਰੀਤਮ ਸਿੰਘ ਦੀ ਵੀ ਜਾਪਾਨ ਵਿੱਚ ਬਿਮਾਰੀ ਨਾਲ ਬੇਵਕਤੀ ਮੌਤ ਹੋ ਗਈ ਸੀ। ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ, ਸੋਚ, ਸੰਘਰਸ਼ ਤੇ ਸ਼ਹਾਦਤ, ਲੇਖਕ ਅਜਮੇਰ ਸਿੰਘ, ਭਾਗ ਦੂਜਾ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ ਗੁਰਜੰਟ ਸਿੰਘ ਰੂਪੋਵਾਲੀ YouTube ਚੈਨਲ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।